ਸਤਿ ਸ਼੍ਰੀ ਅਕਾਲ ਜੀ। ਅਸੀਂ ਅੱਜ ਇੱਕ ਪੇਸ਼ੈਂਟ ਨਾਲ ਤੁਹਾਡੀ ਗੱਲਬਾਤ ਕਰਨ ਜਾ ਰਹੇ ਹਾਂ। ਇਹ ਪੇਸ਼ੈਂਟ ਸਾਡੇ ਕੋਲ ਆਏ ਸੀਗੇ ਆਪਣੀ ਪ੍ਰੋਬਲਮ ਲੈ ਕੇ, ਜਿਹਦੇ ਵਿੱਚ ਇਹਨਾਂ ਨੂੰ ਸ਼ੋਲਡਰ ਜੁਆਇੰਟ ਦੇ ਵਿੱਚ ਮੂਵਮੈਂਟ ਦੀ ਪ੍ਰੋਬਲਮ ਸੀਗੀ। ਪੇਨ ਸੀਗਾ, ਸਟਿਫਨੈਸ ਸੀ, ਸਵੈਲਿੰਗ ਸੀਗੀ ਔਰ ਬਹੁਤ ਸਾਰੀ ਐਕਟੀਵਿਟੀਜ਼ ਜੋ ਡੇਲੀ ਰੂਟੀਨ ਦੀਆਂ ਹੈਗੀਆਂ ਨੇ ਉਹ ਇਹ ਨਹੀਂ ਕਰ ਪਾ ਰਹੇ ਸੀਗੇ। ਪ੍ਰੋਬਲਮ ਇਹਨਾਂ ਦਾ ਕਾਫੀ ਪੁਰਾਣਾ ਸੀਗਾ। ਸੋ ਇਹਨਾਂ ਨਾਲ ਗੱਲ ਕਰਦੇ ਹਾਂ ਹੁਣ ਅਸੀਂ ਡਾਇਰੈਕਟਲੀ ਕਿ ਇਹਨਾਂ ਦਾ ਐਕਸਪੀਰੀਅੰਸ ਸਾਡੇ ਇੱਥੇ ਕਲੀਨਿਕ ਦੇ ਵਿੱਚ ਕਿਵੇਂ ਰਿਹਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਤੁਸੀਂ ਸਾਡੇ ਕੋਲ ਇੱਕ ਪ੍ਰੋਬਲਮ ਲੈ ਕੇ ਆਏ ਸੀਗੇ ਸ਼ੋਲਡਰ ਜੁਆਇੰਟ ਦੀ। ਤੁਹਾਨੂੰ ਸ਼ੋਲਡਰ ਜੁਆਇੰਟ ਦੇ ਅਰਾਊਂਡ ਜਿੰਨੀ ਮੂਵਮੈਂਟ ਸੀਗੀਆਂ ਉਹ ਨਹੀਂ ਹੋ ਪਾ ਰਹੀਆਂ ਸੀਗੀਆਂ। ਤੁਸੀਂ ਸਾਡੇ ਵਿਊਅਰਸ ਨੂੰ ਦੱਸੋ ਤੁਹਾਨੂੰ ਕੀ ਪ੍ਰੋਬਲਮ ਸੀਗੀ, ਕਿਹੜੀਆਂ ਪ੍ਰੋਬਲਮਸ ਤੁਸੀਂ ਸਾਡੇ ਕੋਲ ਲੈ ਕੇ ਆਏ ਸੀਗੇ। ਹਾਂਜੀ, ਪ੍ਰੋਬਲਮ ਤਾਂ ਮੈਨੂੰ ਬਹੁਤ ਪੁਰਾਣੀ ਸੀ ਇਹ। ਹਾਂਜੀ, ਘੱਟੋ ਘੱਟ ਲਾ ਲਓ ਤੁਸੀਂ 12-15 ਸਾਲ ਤੋਂ ਮੈਨੂੰ ਸਰਵਾਈਕਲ ਸੀ। 9 ਸਾਲ ਤੋਂ ਮੈਨੂੰ ਡਾਇਬੀਟੀਜ਼। ਉਹਦੇ ਅਕੋਰਡਿੰਗ ਫਿਰ ਪੇਨ ਤਾਂ ਰਹਿੰਦੀ ਸੀ ਪਰ ਕਦੀ ਕੇਅਰ ਨਹੀਂ ਸੀ ਕੀਤੀ। ਚਲੋ ਚੱਲੀ ਜਾਂਦਾ ਹੈ। ਫਿਰ ਕਾਫੀ ਜ਼ਿਆਦਾ ਹੁਣ 7-8 ਮਹੀਨੇ ਤੋਂ ਬਾਂਹ 'ਚ ਬਹੁਤ ਪ੍ਰੋਬਲਮ ਆ ਰਹੀ ਸੀ। ਤੇ ਜਦੋਂ ਮੈਂ ਫਿਰ ਤੁਸੀਂ ਜਦੋਂ ਇੱਕ ਮਿੰਟ ਜੀ, ਜਦੋਂ ਤੁਸੀਂ ਸਾਡੇ ਕੋਲ ਡੇ 1 ਤੇ ਆਏ ਸੀਗੇ, ਤੁਹਾਡੀ ਕਿਹੜੀ ਬਾਂਹ ਦੀ ਪ੍ਰੋਬਲਮ ਸੀਗੀ? ਮੇਰੀ ਲੈਫਟ ਬਾਂਹ ਦੀ ਸੀਗੀ। ਹਾਂ, ਲੈਫਟ ਆਰਮ ਦੇ ਵਿੱਚ ਤੁਹਾਨੂੰ ਪ੍ਰੋਬਲਮ ਸੀਗੀ। ਇਹਦੇ ਨਾਲ ਤੁਸੀਂ ਕਿਹੜੇ ਕੰਮ ਨਹੀਂ ਕਰ ਪਾ ਰਹੇ ਸੀ ਡੇਲੀ ਰੂਟੀਨ ਦੇ? ਮੈਂ ਇਹਦੇ ਨਾਲ ਸਾਰੇ ਕੰਮ ਹੁਣ ਤਾਂ ਬਿਲਕੁਲ ਹੀ ਨਹੀਂ ਸੀ ਹੋ ਰਹੇ, ਜਿਸ ਤਰ੍ਹਾਂ ਖਾਣਾ ਬਣਾਉਣਾ, ਫੁਲਕਾ ਬਣਾਉਣਾ, ਕੁਛ ਵੀ ਜਿੰਨੇ ਵੀ ਘਰ ਦੇ ਆਪਣੇ ਕੰਮ ਹੁੰਦੇ ਆ। ਔਰ ਮੈਂ ਕੰਮ ਵੀ ਵਰਕਿੰਗ। ਹਾਂਜੀ, ਮੈਂ ਆਪਣੇ ਵਿਊਅਰਸ ਨੂੰ ਇੱਥੇ ਦੱਸਣਾ ਚਾਹਾਂਗੀ ਕਿ ਮੈਮ ਦਾ ਆਪਣਾ ਬੁਟੀਕ ਹੈਗਾ ਤੇ ਉਹ ਸਟਿਚਿੰਗ ਦਾ ਕੰਮ ਖੁਦ ਕਰਦੇ ਨੇ ਉਹਦੇ ਵਿੱਚ। ਸੋ ਡੇਲੀ ਰੂਟੀਨ ਜਿਹੜੀ ਹਾਊਸਵਾਈਫ ਦੀ ਹੈਗੀ ਹੈ ਉਹ ਤਾਂ ਇਹਨਾਂ ਕੋਲ ਕੰਮ ਸੀਗਾ ਹੀ। ਇਹ ਕੁਝ ਐਕਸਟਰਾ ਇੰਪੋਰਟੈਂਟ ਜਿਹੜਾ ਕੰਮ ਸੀਗਾ ਇਹਨਾਂ ਕੋਲ, ਜਿਹਦੇ ਵਿੱਚ ਵਰਕਿੰਗ ਆਵਰਸ ਬਹੁਤ ਸਾਰੇ ਯੂਜ਼ ਹੁੰਦੇ ਸੀ, ਉਹਨਾਂ ਦਾ ਕਟਿੰਗ, ਸਟਿਚਿੰਗ, ਇਹ ਵਾਲਾ ਕੰਮ ਵੀ ਸੀਗਾ ਨਾਲ। ਬਿਕਾਜ਼ ਇਹਨਾਂ ਦਾ ਆਪਣਾ ਬੁਟੀਕ ਹੈਗਾ, ਸੋ ਉਹਦੀ ਰਿਸਪੌਂਸਿਬਿਲਿਟੀ ਵੀ ਇਹਨਾਂ ਕੋਲ ਸੀਗੀ। ਮੈਮ ਦੇ ਅਕੋਰਡਿੰਗ ਉਹ ਕੋਈ ਕੰਮ ਬਾਂਹ ਨਾਲ ਨਹੀਂ ਕਰ ਪਾ ਰਹੇ ਸੀਗੇ। ਜਿਵੇਂ ਕਿ ਤੁਸੀਂ ਬਾਂਹ ਸਿੱਧੀ ਉੱਪਰ ਲੈ ਕੇ ਨਹੀਂ ਜਾ ਪਾ ਰਹੇ ਸੀ। ਜਿਸ ਤਰ੍ਹਾਂ ਆਪਾਂ ਬਾਂਹ ਨਾਲ ਮੂਵਮੈਂਟ ਕਰਦੇ ਆ, ਕੋਈ ਚੀਜ਼ ਉਠਾਉਣੀ ਆ, ਉਹ ਮੇਰੇ ਤੋਂ ਬਾਂਹ ਦੇ ਨਾਲ ਨਹੀਂ, ਮੈਨੂੰ ਆਪਣੀ ਪੂਰੀ ਬਾਡੀ ਅੱਗੇ ਲੈ ਕੇ ਜਾਣੀ ਪੈਂਦੀ ਸੀਗੀ ਉਹਨੂੰ ਪਿਕ ਕਰਨ ਲਈ, ਕੋਈ ਚੁੱਕਣ ਲਈ ਚੀਜ਼। ਹਾਂਜੀ, ਤੇ ਫਿਰ ਜਾਂ ਕਈ ਵਾਰੀ ਕੁਝ ਹੋਣਾ ਤੇ ਬਾਂਹ ਨੂੰ ਏਦਾਂ ਪਕੜ ਕੇ ਫੇਰ ਉੱਤੇ ਚੱਕਣੀ, ਪਿੱਛੇ ਨਹੀਂ ਸੀ ਜਾਂਦੀ, ਬਿਲਕੁਲ ਵੀ ਮੂਵ ਨਹੀਂ ਸੀ ਕਰਦੀ। ਮਤਲਬ ਕਾਫੀ ਜ਼ਿਆਦਾ ਪ੍ਰੋਬਲਮ ਸੀਗੀ ਮੈਨੂੰ। ਜਿੱਦਾਂ ਕਿ ਤੁਸੀਂ ਮੰਨ ਲਓ ਵੀ 100 ਚੋਂ 100% ਹੀ ਮੇਰੀ ਇੱਧਰ ਲੈਫਟ ਸਾਈਡ ਡੈਡ, ਮਤਲਬ ਕਿ ਕੋਈ ਫੀਲਿੰਗ ਖਤਮ ਹੋ ਗਈਆਂ ਸੀਗੀਆਂ। ਆਈਜ਼ ਵਿੱਚ ਖਿੱਚ ਪੈਂਦੀ ਸੀ, ਮੇਰੇ ਲੈਫਟ ਸਾਈਡ ਦੀ ਆਈਜ਼ 'ਚ ਖਿੱਚ ਪੈਂਦੀ ਸੀ ਔਰ ਪਿੱਛੇ ਬੈਕ 'ਚ ਸਿਰ 'ਚ ਬਹੁਤ ਪੇਨ ਰਹਿੰਦੀ ਸੀਗੀ। ਹਾਂਜੀ, ਮਤਲਬ ਮੇਰੀਆਂ ਫਿੰਗਰ ਵੀ ਸੁੰਨ ਹੋਣ ਲੱਗ ਗਈਆਂ ਸੀਗੀਆਂ। ਠੀਕ ਹੈ ਜੀ। ਮੈਮ ਨੇ ਦੱਸਿਆ ਕਿ ਉਹਨਾਂ ਨੂੰ ਜਿਹੜੀ ਇਹ ਪ੍ਰੋਬਲਮ ਸੀਗੀ, ਜਦੋਂ ਅਸੀਂ ਇੱਥੇ ਕੰਸਲਟੇਸ਼ਨ ਕੀਤੀ, ਚੈੱਕਅਪ ਹੋਇਆ, ਉਹਦੇ ਵਿੱਚ ਸਾਡਾ ਡਾਇਗਨੋਸਿਸ ਸੀਗਾ ਕਿ ਇਹ ਫਰੋਜ਼ਨ ਸ਼ੋਲਡਰ ਹੈ। ਹੁਣ ਫਰੋਜ਼ਨ ਸ਼ੋਲਡਰ 3 ਸਟੇਜਸ ਦੇ ਵਿੱਚ ਹੁੰਦਾ ਹੈ। ਜਦੋਂ ਪਹਿਲਾਂ ਆਉਂਦੀ ਹੈ ਫ੍ਰੀਜ਼ਿੰਗ ਸਟੇਜ, ਦੂਸਰੀ ਸਟੇਜ ਹੁੰਦੀ ਹੈ ਫਰੋਜ਼ਨ ਤੇ ਤੀਸਰੀ ਹੁੰਦੀ ਹੈ ਥਾਇੰਗ ਸਟੇਜ। ਫ੍ਰੀਜ਼ਿੰਗ ਸਟੇਜ ਦੇ ਵਿੱਚ ਪੇਸ਼ੈਂਟ ਨੂੰ ਪੇਨ ਬਹੁਤ ਜ਼ਿਆਦਾ ਹੁੰਦੀ ਹੈ, ਸਟਿਫਨੈਸ ਥੋੜੀ ਘੱਟ ਹੁੰਦੀ ਹੈ ਤੇ ਸਵੈਲਿੰਗ ਉਸ ਤੋਂ ਥੋੜੀ ਘੱਟ ਹੁੰਦੀ ਹੈ। ਪੇਨ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਮੂਵਮੈਂਟ ਥੋੜਾ ਰਿਸਟ੍ਰਿਕਟ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹ ਤਕਰੀਬਨ ਪਹਿਲੇ ਦਿਨ ਤੋਂ ਲੈ ਕੇ ਅਗਲੇ 3 ਜਾਂ 6 ਮਹੀਨੇ ਤੱਕ ਇਹ ਸਟੇਜ ਰਹੇਗੀ। 6 ਮਹੀਨੇ ਤੋਂ ਬਾਅਦ ਜਿਹੜੀ ਸਟੇਜ ਸ਼ੁਰੂ ਹੁੰਦੀ ਹੈ ਉਹ ਫਰੋਜ਼ਨ ਸਟੇਜ ਹੁੰਦੀ ਹੈ। ਉਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਤੁਹਾਡਾ ਜੁਆਇੰਟ ਦਾ ਕੈਪਸੂਲ ਹੁੰਦਾ ਹੈ, ਕਵਰਿੰਗ ਹੁੰਦੀ ਹੈ, ਉਸ ਕਵਰਿੰਗ ਦੇ ਅੰਦਰ ਤੁਹਾਡਾ ਜਿਹੜਾ ਸ਼ੋਲਡਰ ਜੁਆਇੰਟ ਬॉल ਐਂਡ ਸੌਕੇਟ ਜੁਆਇੰਟ ਹੈ, ਤੁਹਾਡੀ ਬਾਂਹ ਦੀ ਜਿਹੜੀ ਅਪਰਲਾ ਪਾਰਟ ਹੈਗਾ, ਉੱਪਰ ਵਾਲਾ ਅਪਰ ਪਾਰਟ ਹੈਗਾ, ਉਹ ਇੱਕ ਬॉल ਦੀ ਤਰ੍ਹਾਂ ਹੁੰਦਾ ਹੈ ਔਰ ਸ਼ੋਲਡਰ ਵਾਲਾ ਸੌਕੇਟ ਦੀ ਤਰ੍ਹਾਂ ਹੁੰਦਾ ਹੈ। ਇਸ ਤਰ੍ਹਾਂ ਉਸ ਦੇ ਵਿੱਚ ਫਿਕਸ ਹੁੰਦਾ ਹੈ ਔਰ ਐਂਡ ਮੂਵ ਵੀ ਕਰਦਾ ਹੈ। ਤੇ ਉਹ ਜਿਹੜਾ ਮੂਵਮੈਂਟ ਹੁੰਦੀ ਹੈ ਉਹ ਰਿਸਟ੍ਰਿਕਟ ਜੁਆਇੰਟ ਦੇ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ। ਪਲੱਸ ਉੱਥੇ ਜਿੰਨੇ ਮਸਲਸ ਆਉਂਦੇ ਉਹਨਾਂ ਦੀ ਜਿਹੜੀ ਸ਼ੀਥ ਹੁੰਦੀ ਹੈ, ਕਵਰਿੰਗ ਹੁੰਦੀ ਹੈ, ਮਾਇਓਫੇਸ਼ੀਆ ਹੁੰਦਾ ਹੈ, ਉਹ ਸਾਰਾ ਟਾਈਟ ਤੇ ਰਿਸਟ੍ਰਿਕਟ ਹੋ ਜਾਂਦਾ ਹੈ। ਇਹ ਸ਼ੋਲਡਰ ਕੈਪਸੂਲ ਦੇ ਵਿੱਚ ਰਿਸਟ੍ਰਿਕਸ਼ਨ ਵੀ ਆ ਜਾਂਦੀ ਹੈ, ਉਹਦੀ ਆਪਣੀ ਫਲੈਕਸੀਬਿਲਿਟੀ ਵੀ ਘਟ ਜਾਂਦੀ ਹੈ। ਜਦੋਂ ਜੁਆਇੰਟ ਮੂਵ ਨਹੀਂ ਕਰਦਾ ਹੈ, ਜੁਆਇੰਟ ਦਾ ਆਪਣਾ ਫਲੂਇਡ ਨਹੀਂ ਬਣਦਾ ਹੈ ਤੇ ਜੁਆਇੰਟ ਦੇ ਵਿੱਚ ਲੁਬਰੀਕੇਸ਼ਨ ਘਟ ਜਾਂਦੀ ਹੈ, ਫਿਰ ਵੀਅਰ ਐਂਡ ਟੀਅਰ ਦੇ ਚਾਂਸਸ ਹੋਰ ਵੱਧ ਜਾਂਦੇ ਨੇ। ਜਿਸ ਟਾਈਮ ਇਹ ਫਰੋਜ਼ਨ ਸਟੇਜ ਤੇ ਪਹੁੰਚਦਾ ਹੈ ਪੇਸ਼ੈਂਟ, ਜੋ ਕਿ ਤੁਹਾਨੂੰ 6 ਮੰਥਸ ਬਿਯੋਂਡ ਮਿਲਦੀ ਹੈ ਔਰ ਨੈਕਸਟ 1 ਈਅਰ ਤੱਕ ਮੇ ਬੀ ਕੰਟੀਨਿਊ ਰਹੇ ਇਹ ਚੀਜ਼, ਉਹ ਵਾਲੀ ਜਿਹੜੀ ਸਟੇਜ ਹੁੰਦੀ ਹੈ ਉਹਦੇ ਵਿੱਚ ਮੂਵਮੈਂਟਸ ਕੰਪਲੀਟਲੀ ਰਿਸਟ੍ਰਿਕਟ ਹੋ ਜਾਂਦੀਆਂ ਨੇ। ਉਸ ਸਟੇਜ ਤੇ ਆ ਕੇ ਅਸੀਂ ਡੇਲੀ ਰੂਟੀਨ ਦੀਆਂ ਮੂਵਮੈਂਟਸ ਜੋ ਪਹਿਲਾਂ ਥੋੜੀਆਂ ਰਿਸਟ੍ਰਿਕਟਡ ਸੀਗੀਆਂ, ਉਸ ਟਾਈਮ 100% ਬਲੌਕ ਹੋ ਜਾਂਦੀਆਂ ਨੇ। ਫਿਰ ਪੇਸ਼ੈਂਟ ਸਾਡੇ ਕੋਲ ਕੀ ਕੰਪਲੇਂਟ ਲੈ ਕੇ ਆਉਂਦੇ ਕਿ ਉਹਨਾਂ ਦੀ ਬਾਂਹ ਉੱਪਰ ਨਹੀਂ ਜਾ ਰਹੀ ਹੈ, ਪਿੱਛੇ ਨਹੀਂ ਮੁੜ ਰਹੀ ਹੈ, ਕੱਪੜੇ ਪਾਣਾ ਉਤਾਰਨਾ, ਇਵਨ ਕਿ ਬਾਥਿੰਗ ਡਿਫਿਕਲਟ ਹੋ ਜਾਂਦਾ ਹੈ, ਕੰਘੀ ਨਹੀਂ ਕਰ ਪਾਉਂਦੇ ਹੈ। ਜੈਂਟਸ ਦੇ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਉਹ ਬਾਂਹ ਦੀ ਸ਼ਰਟ ਦੀ ਜਿਹੜੀ ਬਾਂਹ ਹੁੰਦੀ ਹੈ ਉਹ ਨਹੀਂ ਪਾ ਰਹੇ, ਮਤਲਬ ਕੋਈ ਵੀ ਸਲੀਵ ਤੁਸੀਂ ਨਹੀਂ ਪਾ ਰਹੇ ਹੋ। ਸਿਮਿਲਰਲੀ ਫੀਮੇਲਸ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ। ਦੈਨ ਇਹ ਸਟੇਜ ਜਦੋਂ ਕ੍ਰਾਸ ਹੋ ਜਾਂਦੀ ਹੈ, ਫਿਰ ਆਉਂਦੀ ਹੈ 3rd ਸਟੇਜ, ਜੋ ਕਿ ਹੈ ਥਾਇੰਗ ਸਟੇਜ, ਜਿਹਦੇ ਵਿੱਚ ਤੁਹਾਡੀ ਪੇਨ ਤਾਂ ਖਤਮ ਹੋ ਜਾਂਦੀ ਹੈ ਬਟ ਸਟਿਫਨੈਸ ਬਹੁਤ ਜ਼ਿਆਦਾ ਹੁੰਦੀ ਹੈ।
ਮੈਮ ਦੀ 3rd ਸਟੇਜ ਸੀਗੀ, ਜਿਹਦੇ ਵਿੱਚ ਮੈਮ ਨੂੰ ਪੇਨ ਇੰਨਾ ਨਹੀਂ ਸੀਗਾ ਬਟ ਮੂਵਮੈਂਟ ਇੰਨੀ ਜ਼ਿਆਦਾ ਰਿਸਟ੍ਰਿਕਟਡ ਸੀਗੀ ਕਿ ਇੱਕ ਮਾਈਂਡ ਵੀ ਉਸ ਤਰ੍ਹਾਂ ਹੀ ਪ੍ਰਿਪੇਅਰ ਹੋ ਗਿਆ ਸੀ ਕਿ ਇਹ ਮੂਵਮੈਂਟ ਮੇਰੇ ਤੋਂ ਨਹੀਂ ਹੋਣੀ ਬਿਕਾਜ਼ ਇਹਦੇ ਵਿੱਚ ਪੇਨ ਹੋਏਗੀ, ਕਿਉਂਕਿ ਉਹ ਪਿਛਲੇ 6 ਤੋਂ 8 ਮਹੀਨਿਆਂ ਤੋਂ ਪੇਨ ਦੇ ਵਿੱਚ ਹੀ ਸੀਗੇ। ਸੋ ਉਹ ਸਟੇਜ ਤੇ ਆ ਕੇ ਬੋਡੀ ਵੀ ਇਸ ਤਰ੍ਹਾਂ ਅਡੈਪਟ ਕਰ ਚੁੱਕੀ ਸੀ, ਕੰਪਨਸੇਟਰੀ ਮੂਵਮੈਂਟਸ ਹੋ ਰਹੀਆਂ ਸੀ, ਜਿਵੇਂ ਕਿ ਮੈਮ ਨੇ ਕਿਹਾ ਕਿ ਕੋਈ ਮੂਵਮੈਂਟ ਕਰਦੇ ਆ ਕਿ ਉਹਨਾਂ ਦੀ ਉਹ ਆਈਸੋਲੇਟਡ ਬਾਂਹ ਦੀ ਮੂਵਮੈਂਟ ਨਾ ਹੋ ਕੇ ਪੂਰੀ ਬੋਡੀ ਨੂੰ ਉਹਨਾਂ ਨੂੰ ਯੂਜ਼ ਕਰਨਾ ਪੈ ਰਿਹਾ ਸੀਗਾ। ਸੋ ਤੁਹਾਡੀ ਕੰਸਲਟੇਸ਼ਨ ਹੋਈ, ਤੁਸੀਂ ਡਿਸਾਈਡ ਕੀਤਾ ਇੱਥੇ ਤੁਸੀਂ ਟ੍ਰੀਟਮੈਂਟ ਲਓਗੇ। ਤੁਹਾਨੂੰ ਕੰਸਲਟੇਸ਼ਨ ਵਾਲਾ ਐਕਸਪੀਰੀਅੰਸ ਕਿਵੇਂ ਲੱਗਿਆ, ਚੈੱਕਅਪ ਵਾਲਾ, ਕਿ ਤੁਹਾਨੂੰ ਇੱਥੇ ਸਾਡੇ ਕਲੀਨਿਕ ਦੇ ਵਿੱਚ ਡਾਕਟਰਸ ਨੇ ਕਿਵੇਂ ਚੈੱਕ ਕੀਤਾ? ਪਹਿਲੀ ਗੱਲ ਜਦੋਂ ਮੈਂ ਆਈ ਕੰਸਲਟੇਸ਼ਨ ਬਹੁਤ ਵਧੀਆ, ਸਾਰਾ ਮੈਂ ਆਪਣਾ ਦੱਸਿਆ। ਫਿਰ ਤੁਸੀਂ ਮੈਨੂੰ ਸਮਝਾਇਆ ਕਿ ਪੇਨ ਕਿਸ ਤਰ੍ਹਾਂ ਹੈ, ਕਿੰਨੀ ਮਤਲਬ ਕਿ ਹੈਗੀ ਆ ਤੇ ਕਿਹੜੇ ਮਸਲਸ ਹੈਗੇ ਇਹਦੇ ਵਿੱਚ ਇਨਵੋਲਵ, ਮਤਲਬ ਕਿ ਮੇਰੀ ਪੂਰੀ ਬਾਂਹ ਸੀ, ਹਾਂਜੀ, ਹੈਂਡ ਤੱਕ ਸੀ। ਫਿਰ ਤੁਹਾਡਾ ਟ੍ਰੀਟਮੈਂਟ ਸਟਾਰਟ ਹੋਇਆ? ਹਾਂਜੀ, ਟ੍ਰੀਟਮੈਂਟ ਸੈਸ਼ਨਸ ਤੁਹਾਨੂੰ ਕਦੋਂ ਫੀਲ ਹੋਣਾ ਸ਼ੁਰੂ ਹੋਇਆ ਕਿ ਇਸ ਮੈਂ ਮੇਰਾ ਸਹੀ ਚੱਲ ਰਿਹਾ ਪ੍ਰੋਟੋਕੋਲ? ਮੈਂ ਇਸ ਲਈ ਪੁੱਛ ਰਹੀ ਹਾਂ ਕਿਉਂਕਿ ਪੇਸ਼ੈਂਟਸ ਤੋਂ ਸੁਣਨਾ ਜ਼ਿਆਦਾ ਤਸੱਲੀਦਾਇਕ ਲੱਗਦਾ ਹੈ ਬਜਾਏ ਕਿ ਡਾਕਟਰ ਤੋਂ ਸੁਣਨਾ ਕਿ ਤੁਹਾਨੂੰ ਇੰਨੇ ਦਿਨਾਂ 'ਚ ਆਰਾਮ ਆਏਗਾ। ਇੱਕ ਤਾਂ ਮੈਂ ਇਹ ਗੱਲ ਕਹਿਣਾ ਜ਼ਰੂਰ ਚਾਹੂੰਗੀ ਕਿ ਜਦੋਂ ਤੱਕ ਡਾਕਟਰ ਕਹਿੰਦਾ ਪਹਿਲੇ ਤਾਂ ਪ੍ਰੋਪਰ ਡਾਕਟਰ ਦੀ ਸਲਾਹ ਤੇ ਉਦੋਂ ਤੱਕ ਟ੍ਰੀਟਮੈਂਟ ਲਓ। ਹਾਂਜੀ, ਕਈ ਵਾਰੀ ਬੰਦਾ ਆਪਣੀ ਪ੍ਰੋਬਲਮ ਨਾਲ ਜਾਂ ਉਹਨੂੰ ਘਰੋਂ ਆਉਣਾ ਔਖਾ ਹੁੰਦਾ ਜਾਂ ਵੀ ਪ੍ਰੋਬਲਮ ਹੁੰਦੀ ਆ, ਬੰਦਾ ਖਿੱਚ ਜਾਂਦਾ ਕਿ ਆਰਾਮ ਤਾਂ ਆ ਨਹੀਂ ਰਿਹਾ, ਚਲੋ ਹਜੇ ਥੋੜਾ ਬਹੁਤਾ ਫਰਕ ਆ, ਕੋਈ ਨਹੀਂ ਫੇਰ ਕਰਾ ਲਾਂਗੇ। ਨਹੀਂ, ਉਹ ਫਿਰ ਵਿੱਚ ਕਹਿੰਦੇ ਅਗਿਚਕਾਰ ਰਹਿ ਜਾਂਦਾ ਹੈ, ਫਿਰ ਨਾ ਉਹ ਠੀਕ ਚ ਨਾ ਉਹ ਬਿਮਾਰ ਚ। ਹਾਂਜੀ, ਤੇ ਇਸ ਲਈ ਮੈਨੂੰ ਵੀ ਵਿੱਚ ਇਹ ਫੀਲ ਹੋਇਆ ਸੀ ਕਿ ਪਤਾ ਨਹੀਂ ਮੇਰਾ ਮੋਢਾ ਠੀਕ ਹੋਣਾ ਕਿ ਨਹੀਂ, ਪਤਾ ਨਹੀਂ ਏਦਾਂ ਹੀ ਰਹਿਣਾ ਕਿ ਮੈਨੂੰ ਮੈਡੀਸਨ ਹੀ ਲੈਣੀ ਪੈਣੀ ਆ। ਪਰ ਮੈਂ ਮੈਡੀਸਨ ਨੂੰ ਪ੍ਰੈਫਰ ਨਹੀਂ ਕਰਦੀ ਕਿਉਂਕਿ ਮੈਡੀਸਨ ਨਾਲ ਬਹੁਤ ਪ੍ਰੋਬਲਮ ਆਉਂਦੀਆਂ ਨੇ ਹੋਰ। ਜਿਵੇਂ ਤੁਸੀਂ ਮੈਂਸ਼ਨ ਕੀਤਾ ਸੀ ਕਿ ਤੁਸੀਂ ਡਾਇਬੀਟਿਕ ਹੋ, ਹਾਂਜੀ, ਫਰੋਜ਼ਨ ਸ਼ੋਲਡਰ ਵਾਲੀ ਕੰਡੀਸ਼ਨ ਡਾਇਬੀਟੀਜ਼ ਪੇਸ਼ੈਂਟਸ ਦੇ ਵਿੱਚ ਕਾਮਨ ਹੈਗੀ ਹੈ, ਪਲੱਸ ਉਹਨਾਂ ਦੀ ਹੀਲਿੰਗ ਵੀ ਸਲੋ ਹੁੰਦੀ ਹੈ ਬਿਕਾਜ਼ ਆਫ ਡਾਇਬੀਟੀਜ਼। ਪਰ ਮੇਰੀ ਬਹੁਤ ਜਲਦੀ ਹੋਈ ਆ। ਹਾਂਜੀ, ਘੱਟੋ ਘੱਟ ਤੁਹਾਨੂੰ ਅਪਰੋਕਸੀਮੇਟਲੀ 23 ਸੈਸ਼ਨਸ, ਹਾਂਜੀ। ਜੇ ਮੈਨੂੰ 25 ਵੀ ਮੰਨ ਕੇ ਚੱਲਾਂ ਹਾਂਜੀ। ਤੇ 25 ਸੈਸ਼ਨਸ ਦੇ ਵਿੱਚ ਤੁਸੀਂ ਫੁੱਲ ਰੇਂਜ ਆਫ ਮੋਸ਼ਨ ਤੇ ਹੋ, ਬਿਲਕੁਲ, ਜ਼ੀਰੋ ਪੇਨ ਹੈ, ਹਾਂਜੀ, ਜ਼ੀਰੋ pain ਸਵੈਲਿੰਗ ਹੈ, zero ਜ਼ੀਰੋ swelling। ਸਟਿਫਨੈਸ ਹੈ। ਹਾਂਜੀ, ਅੱਜ ਦੀ ਡੇਟ 'ਚ ਤੁਸੀਂ ਸਾਰੇ ਕੰਮ ਫ੍ਰੀਲੀ ਕਰ ਪਾ ਰਹੇ ਕਰ ਹੋ। ਪਾ ਰਹੀ ਹਾਂ ਮੈਂ। ਔਰ ਇੱਕ ਗੱਲ ਇਹ ਕਿ ਟ੍ਰੀਟਮੈਂਟ ਦੇ ਨਾਲ ਨਾਲ ਜਿਹੜੀ ਘਰੇ ਐਕਸਰਸਾਈਜ਼ ਡਾਕਟਰ ਦੱਸਦੇ ਆ ਉਹ ਬਹੁਤ ਜ਼ਰੂਰੀ ਹੈ ਕਰਨੀ। ਟ੍ਰੀਟਮੈਂਟ ਸੈਸ਼ਨਸ ਕਿਵੇਂ ਦੇ ਲੱਗੇ ਤੁਹਾਡੇ? ਟ੍ਰੀਟਮੈਂਟ ਸੈਸ਼ਨਸ ਬਹੁਤ ਅੱਛੇ ਲੱਗੇ। ਮੈਂ ਉਹੀ ਦੱਸ ਰਹੀ ਸੀ ਕਿ ਵਿੱਚ ਆਉਂਦੀ ਆ, ਮਤਲਬ ਕਿ ਕਈ ਵਾਰੀ ਜਦੋਂ ਆਪ ਨੂੰ ਪ੍ਰੋਬਲਮ ਹੋਵੇ ਤਾਂ ਥੋੜਾ ਮਹਿਸੂਸ ਹੁੰਦਾ, ਲੇਕਿਨ ਨਹੀਂ, ਮੈਂ ਫਿਰ ਹਿੰਮਤ ਕਰਕੇ ਆਉਂਦੀ ਰਹੀ। ਪਰ ਜਦੋਂ ਮੈਨੂੰ ਮਹਿਸੂਸ ਹੋਇਆ, ਪਹਿਲਾਂ ਤਾਂ ਮੇਰੀ ਪ੍ਰੋਬਲਮ ਥੋੜੀ ਵੱਧ ਗਈ ਵਿੱਚ, ਕਦੀ ਪੇਨ ਮੇਰੀ, ਕਿਸੇ ਦਿਨ ਤਾਂ ਮੈਂ ਬਿਲਕੁਲ ਰਿਲੀਫ ਮਹਿਸੂਸ ਕਰਦੀ ਸੀ, ਕਿਸੇ ਦਿਨ ਮੈਨੂੰ ਇੰਨਾ ਹੋਣਾ ਹਾਏ ਯਾਰ ਬਹੁਤ ਤਕਲੀਫ ਹੋ ਰਹੀ ਆ ਕਿ ਪਤਾ ਨਹੀਂ ਕੀ ਬਣੇਗਾ। ਪਰ ਥੋੜੇ ਜਿਹੇ 10-12 ਦਿਨਾਂ ਬਾਅਦ ਮੈਨੂੰ ਆਰਾਮ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਮੈਂ ਤਾਂ ਰਾਤ ਨੂੰ ਸੋ ਵੀ ਨਹੀਂ ਪਾਉਂਦੀ ਸੀ, ਸਾਰੀ ਰਾਤ ਮੈਂ ਕਦੀ ਮੁੱਦੀ ਲੇਟਣਾ, ਕਦੀ ਮੋਢੇ ਨੀਚੇ ਪਿੱਲੋ ਰੱਖਣਾ, ਕਦੀ ਟਾਵਲ ਰੱਖਣਾ, ਕਦੀ ਕੁਛ। ਪਰ ਮੈਨੂੰ ਜਦੋਂ ਐਨ ਹਫਤੇ 3-4 ਸਿਟਿੰਗ ਤੋਂ ਬਾਅਦ ਮੈਨੂੰ ਨੀਂਦ ਬਹੁਤ ਆਰਾਮ ਨਾਲ ਆਉਣ ਲੱਗ ਪਈ ਸੀ। ਪਹਿਲੀ ਪ੍ਰੋਬਲਮ ਤੁਹਾਡੀ 3rd-4th ਸਿਟਿੰਗ ਤੋਂ ਬਾਅਦ ਤੁਹਾਨੂੰ ਨੀਂਦ ਪ੍ਰੋਪਰ ਆਣੀ ਸ਼ੁਰੂ ਹੋ Proper ਗਈ, ਆਉਣੀ ਉੱਥੇ ਸ਼ੁਰੂ ਸੋਲਵ ਹੋ ਗਈ। ਹਾਂਜੀ, ਸੈਕਿੰਡ ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਖਿੱਚ ਪੈਂਦੀ ਸੀ, ਅੱਖ ਤੱਕ ਜਾਂਦੀ ਸੀ, ਅੱਖ ਤੱਕ ਜਾਂਦੀ ਸੀ। ਉਹ ਵੀ ਮੈਨੂੰ- ਤੁਹਾਡੀ ਠੀਕ ਹੋ ਉਹ ਗਈ? ਵੀ ਠੀਕ ਹੋ ਗਈ। ਉਹ ਵੀ ਮੈਨੂੰ ਨਾਰਮਲ, ਉਹ ਵੀ ਮੈਨੂੰ 4-5 ਦਿਨ ਦੇ ਵਿੱਚ ਠੀਕ ਹੋ ਗਈ ਸੀ ਕਿਉਂਕਿ ਮੈਂ ਜ਼ਿਆਦਾ ਪ੍ਰੋਪਰ ਟੀਵੀ ਨਹੀਂ ਸੀ ਦੇਖ ਪਾਉਂਦੀ ਜਾਂ ਮੋਬਾਈਲ ਨਹੀਂ ਦੇਖਦੀ ਸੀ ਤਾਂ ਮੇਰੀ ਅੱਖ ਚ ਅੰਦਰ ਖਿੱਚ ਪੈਂਦੀ ਸੀਗੀ। ਉਹ ਬਿਲਕੁਲ ਮੇਰੀ ਠੀਕ ਹੋ ਗਈ। ਉਹ ਸਾਰਾ ਕੁਝ ਠੀਕ ਹੋ ਗਿਆ ਸਾਰਾ ਬਿਕਾਜ਼ ਕੁਛ ਉਹ ਠੀਕ ਹੋ ਕਨੈਕਟਡ ਗਿਆ। ਸੀਗਾ ਤੁਹਾਡੇ ਨੈਕ ਦੇ ਮਸਲ ਨਾਲ, ਹਾਂਜੀ। ਔਰ ਨੈਕ ਮਸਲ ਸ਼ੋਲਡਰ ਨਾਲ ਕਨੈਕਟਡ ਹੈ। ਹਾਂਜੀ, ਦੈਨ ਬਾਈ ਅਨਦਰ ਤੁਸੀਂ ਕਹਿ ਲਓ 15-16 ਸੈਸ਼ਨਸ ਤੋਂ ਬਾਅਦ ਤੁਹਾਨੂੰ ਤੁਹਾਡਾ ਸ਼ੋਲਡਰ ਵੀ ਬਹੁਤ ਬਿਲਕੁਲ ਬੈਟਰ ਲੱਗਿਆ, ਬਹੁਤ better ਤੁਸੀਂ ਲੱਗਿਆ। ਕਾਫੀ ਐਕਟੀਵਿਟੀਜ਼ ਅੱਜ ਕਰਨ ਮੈਂ ਲੱਗੇ। ਬਿਲਕੁਲ ਰਿਲੀਫ ਆ, ਮਤਲਬ ਕੋਈ ਪੇਨ ਨਹੀਂ, ਕੋਈ ਕੁਝ ਨਹੀਂ। ਤੁਹਾਨੂੰ ਅਸੀਂ ਐਕਸਰਸਾਈਜ਼ਸ ਤੁਸੀਂ ਸਾਡੀਆਂ ਐਕਸਰਸਾਈਜ਼ਸ ਬਿਕਾਜ਼ ਆਫ ਲੋਕਡਾਊਨ ਪੀਰੀਅਡ ਸਾਡੀ ਐਕਸਰਸਾਈਜ਼ਸ ਸਾਡੇ Instagram ਪੇਜ ਤੋਂ follow ਫੋਲੋ ਕੀਤੀ ਕਰਨੀਆਂ ਸ਼ੁਰੂ ਕੀਤੀਆਂ ਸੀ। ਹਾਂਜੀ। ਅਸੀਂ ਉੱਥੇ ਇੱਕ ਸ਼ੋਲਡਰ ਐਕਸਰਸਾਈਜ਼ਸ ਫਰੋਜ਼ਨ ਸ਼ੋਲਡਰ ਦਾ ਸਪੈਸੀਫਿਕਲੀ ਐਕਸਰਸਾਈਜ਼ ਵੀਡੀਓ ਬਣਾਇਆ ਸੀਗਾ ਜਿਹਦੇ ਵਿੱਚ ਡਾਕਟਰ ਚੇਤਨਾ ਨੇ ਡੈਮੋਨਸਟ੍ਰੇਟ ਕੀਤਾ ਹੈ। ਤੁਸੀਂ ਉਹ ਫੋਲੋ ਕਰਨਾ ਸ਼ੁਰੂ ਕੀਤਾ। ਹਾਂਜੀ। ਮੈਮ ਲੱਕੀ ਰਹੇ ਕਿ ਮੈਮ ਨੇ ਜਿਵੇਂ ਐਕਸਰਸਾਈਜ਼ ਸ਼ੁਰੂ ਕੀਤੀਆਂ ਨਾਲ ਹੀ ਕੁਝ ਦਿਨਾਂ ਬਾਅਦ ਉਹਨਾਂ ਦਾ ਟ੍ਰੀਟਮੈਂਟ ਸਟਾਰਟ ਹੋ ਗਿਆ। ਜਦੋਂ ਟ੍ਰੀਟਮੈਂਟ ਸਟਾਰਟ ਹੋਇਆ ਉਹ ਐਕਸਰਸਾਈਜ਼ ਉਹਨਾਂ ਨੂੰ ਕਾਫੀ ਹੱਦ ਤੱਕ ਯਾਦ ਹੋ ਚੁੱਕੀਆਂ ਸੀਗੀਆਂ ਐਂਡ ਇਸ ਟਾਈਮ ਉਹ ਸਟੇਜ 2 ਤੇ ਹੈਗੀਆਂ। ਉਹ ਐਕਸਰਸਾਈਜ਼ ਪ੍ਰੋਟੋਕੋਲ ਸਪੈਸੀਫਿਕਲੀ ਡਿਜ਼ਾਈਨ ਕੀਤਾ ਗਿਆ ਹੈ। ਹਰ ਡਿਜ਼ੀਜ਼ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਐਕਸਰਸਾਈਜ਼ਸ ਬਣਾ ਕੇ ਸਪੈਸੀਫਿਕਲੀ ਆਪਣੇ ਪੇजेस ਤੇ ਪਾਈਏ। ਇਹ ਐਕਸਰਸਾਈਜ਼ ਸਟੇਜ ਵਾਈਜ਼ ਹੈ, ਪੇਨ ਵਾਈਜ਼। ਜਦੋਂ ਤੁਹਾਡਾ ਪੇਨ ਦਾ ਸਕੋਰ ਹੈ ਤੁਸੀਂ ਸਟੇਜ 1 ਦੀ ਐਕਸਰਸਾਈਜ਼ ਕਰਨੀ ਹੈ, ਸਟੇਜ 2 ਦੀ ਐਕਸਰਸਾਈਜ਼ ਉਦੋਂ ਕਰਨੀ ਹੈ ਜਦੋਂ ਤੁਹਾਡਾ 50% ਪੇਨ ਰਿਲੀਫ ਹੋ ਚੁੱਕਿਆ ਹੈ
ਐਂਡ ਥਰਡ ਸਟੇਜ ਦੀਆਂ ਐਕਸਰਸਾਈਜ਼ਸ ਉਹਨਾਂ ਪੇਸ਼ੈਂਟਸ ਲਈ ਹੈ ਜੋ ਫੰਕਸ਼ਨਲੀ ਇੱਕਦਮ ਫਿਟ ਬੈਕ ਟੂ ਨਾਰਮਲ ਵਾਲੀ ਸਟੇਜ ਤੇ ਹੋਣ, ਕਿ ਤੁਹਾਨੂੰ ਪੇਨ ਤਾਂ ਸ਼ਾਇਦ ਨਾ ਬਰਾਬਰ ਹੀ ਹੋਏ ਜਾਂ ਕਦੀ ਹੁੰਦਾ ਹੋਏ ਆਫਟਰ ਐਗਜ਼ਰਸ਼ਨ, ਬਟ ਤੁਹਾਡੀ ਮੂਵਮੈਂਟਸ ਜਾਂ ਤੁਹਾਨੂੰ ਕਹਿ ਲਓ ਆਪਾਂ ਸਟਰੈਂਥ ਤੇ ਫਲੈਕਸੀਬਿਲਿਟੀ ਤੇ ਤੁਸੀਂ ਫੋਕਸ ਕਰਨਾ ਚਾਹੁੰਦੇ ਹੋ ਕਿ ਬਾਅਦ ਵਿੱਚ ਤੁਹਾਨੂੰ ਇਹ ਕਦੀ ਕੋਈ ਪ੍ਰੋਬਲਮ ਨਾ ਆਏ। ਤੁਸੀਂ ਸੋਸਾਇਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਿੰਸ ਮੈਂ ਦੁਬਾਰਾ ਬੋਲ ਰਹੀ ਹਾਂ ਕਿ ਡਾਇਬੀਟਿਕ ਪੇਸ਼ੈਂਟ ਰਹੇ, ਤੁਸੀਂ ਦਵਾਈਆਂ ਬਹੁਤ ਖਾ ਰਹੇ ਹੋਗੇ ਡਾਇਬੀਟੀਜ਼ ਲਈ ਵੀ, ਤੁਸੀਂ ਉਸ ਚੀਜ਼ ਦਾ ਵੀ ਧਿਆਨ ਰੱਖਣਾ ਹੈ। ਤੁਸੀਂ ਇਹ ਵੀ ਰੱਖਣਾ ਹੈ ਕਿ ਤੁਸੀਂ ਅਨਨੈਸੈਸਰੀ ਪੇਨ ਕਿਲਰਸ ਨਾ ਖਾਓ ਤਾਂ ਕਿ ਤੁਹਾਨੂੰ ਲਿਵਰ ਤੇ ਕਿਡਨੀ ਤੇ ਇਫੈਕਟ ਨਾ ਆਏ, ਪਲੱਸ ਐਸਿਡਿਟੀ ਨਾ ਹੋਵੇ ਜੋ ਕਿ ਬਹੁਤ ਕਾਮਨ ਇਸ਼ੂ ਹੁੰਦਾ ਹੈ ਪੇਨ ਕਿਲਰਸ ਖਾਣ ਵਾਲਿਆਂ ਨਾਲ। ਦੈਨ ਤੁਸੀਂ ਕੀ ਕਹਿੰਦੇ ਇਸ ਨੂੰ 8 ਮੰਥਸ ਤੋਂ ਪੇਨ ਬੀਅਰ ਕਰ ਰਹੇ ਸੀਗੇ ਔਰ ਐਸੋਸੀਏਟਿਡ ਪ੍ਰੋਬਲਮਸ ਤੁਹਾਨੂੰ ਪਹਿਲਾਂ ਤੋਂ ਸੀਗੀਆਂ। ਇਸ ਸਭ ਨੂੰ ਨਜ਼ਰ ਵਿੱਚ ਰੱਖਦੇ ਹੋਏ ਤੁਸੀਂ ਸੋਸਾਇਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਮ ਇੱਕ ਕੁਐਸਚਨ ਹੋ ਸੀ ਵੀ ਇਹ ਜਿਹੜੀਆਂ ਐਕਸਰਸਾਈਜ਼ ਨੇ ਜਦੋਂ ਆਪਣੇ ਸ਼ੋਲਡਰ ਨੂੰ ਪੂਰੀ ਪੇਨ ਹੋਵੇ ਉਦੋਂ ਕਰਨੀਆਂ ਚਾਹੀਦੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ? ਬਿਲਕੁਲ ਕਰਨੀਆਂ ਚਾਹੀਦੀਆਂ, ਬਿਕਾਜ਼ ਤੁਹਾਡੀ ਐਕਸਰਸਾਈਜ਼ ਦਾ ਸਾਡਾ ਪ੍ਰੋਟੋਕੋਲ ਹੀ ਇਸ ਤਰ੍ਹਾਂ ਡਿਜ਼ਾਈਨ ਹੈ ਕਿ ਜਿਸ ਟਾਈਮ ਅਸੀਂ ਉਹਦੇ ਵਿੱਚ ਆਪਣੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਜੇ ਤੁਹਾਡਾ ਪੇਨ ਦਾ ਸਕੋਰ ਆਊਟ ਆਫ 10 ਜਿਹਦੇ ਵਿੱਚ 10 ਹੈਗਾ ਹੈ ਕਿ ਮੈਨੂੰ ਬਰਦਾਸ਼ਤ ਤੋਂ ਬਾਹਰ ਪੇਨ ਹੈ ਔਰ 0 ਹੈ ਮੈਂ ਬਿਲਕੁਲ ਨਾਰਮਲ ਹਾਂ, ਜੇ 5 ਤੋਂ 10 ਦੇ ਵਿੱਚ ਹੈ ਤਾਂ ਕਿਹੜੀ ਸਟੇਜ ਦੀ ਐਕਸਰਸਾਈਜ਼ ਕਰਨੀ ਹੈ, ਜੇ 5 ਹੈ ਤਾਂ ਕਿਹੜੀ ਕਰਨੀ ਹੈ, ਜੇ 5 ਤੋਂ ਥੱਲੇ ਹੈ ਤਾਂ ਕਿਹੜੀ ਕਰਨੀ ਹੈ। ਸੋ ਇਵਨ ਜੇ ਤੁਹਾਨੂੰ ਪੇਨ ਵੀ ਹੋਏਗੀ ਤਾਂ ਵੀ ਤੁਸੀਂ ਐਕਸਰਸਾਈਜ਼ ਕਰੋਗੇ, ਤੁਹਾਨੂੰ ਰਿਲੀਫ ਮਿਲੇਗਾ, ਤੁਹਾਨੂੰ ਪੇਨ ਇਨਕਰੀਜ਼ ਨਹੀਂ ਹੋਏਗੀ। ਹਾਂਜੀ ਪਹਿਲਾਂ ਤਾਂ ਮੈਂ ਡਾਕਟਰ ਪਨੀਤ ਕੌਰ ਬੇਦੀ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ Thank you ਕਿ ਇਹਨਾਂ ਨੇ ਮੈਨੂੰ ਇੰਨੀ ਵੱਡੀ ਦਰਦ ਤੋਂ ਛੁਟਕਾਰਾ ਦਿਲਵਾਇਆ ਔਰ ਇਹਨਾਂ ਦਾ ਸਟਾਫ ਵੀ ਬਹੁਤ ਅੱਛਾ ਹੈ, ਬਹੁਤ ਕੇਅਰਫੁਲ ਹੈ, ਕੇਅਰਿੰਗ ਹੈ, ਸਾਰਾ ਹੀ ਸਟਾਫ ਮਤਲਬ ਬਹੁਤ ਅੱਛਾ ਹੈ। ਤੇ ਮੈਂ ਸੁਸਾਇਟੀ ਨੂੰ ਮੈਸੇਜ ਦੇਣਾ ਚਾਹੂੰਗੀ ਕਿ ਆਪਾਂ ਮੈਡੀਸਨ ਨੂੰ ਅਵੋਇਡ ਕਰੀਏ ਜਿੰਨੀਆਂ ਕਰ ਸਕਦੇ ਹਾਂ, ਕਿਉਂਕਿ ਇੱਕ ਮੈਡੀਸਨ ਨਾਲ ਖਾਸ ਕਰਕੇ ਇਹਨਾਂ ਚੀਜ਼ਾਂ ਦੀ ਮੈਡੀਸਨ ਨਾਲ ਜਿਵੇਂ ਬੋਨਸ ਵਗੈਰਾ ਦੀ ਪੇਨ ਆ, ਇਹ ਤਾਂ ਬਹੁਤ ਹੀ ਮਤਲਬ ਕਿ ਰਿਸਕੀ ਨੇ। ਰਿਸਕੀ ਵੀ ਹੈ ਬਟ ਤੁਹਾਨੂੰ ਲੱਗਦਾ ਹੈ ਤੁਸੀਂ ਪੇਨ ਕਿਲਰਸ ਪਹਿਲਾਂ ਖਾਧੀਆਂ? ਮੈਂ ਪਹਿਲੇ ਖਾਧੀਆਂ ਹੋਈਆਂ ਤੁਹਾਨੂੰ ਉਹਦੇ ਨਾਲ ਕੋਈ ਰਿਲੀਫ ਮਿਲਿਆ ਸੀ? ਨਾ ਕੋਈ, ਉਹ ਸਿਰਫ ਸ਼ਾਰਟ ਟਾਈਮ ਲਈ ਆ, Short time ਦੇ relief ਹੈ। ਪੇਨ ਕਿਲਰ ਦਾ ਅਸਰ ਆ ਉਨੀ ਦੇਰ ਦਰਦ ਰਿਲੀਫ ਆ, ਜਦੋਂ ਉਹਦਾ ਅਸਰ ਖਤਮ ਆ ਫਿਰ ਨਾਲ ਦੀ ਨਾਲ ਸਟਾਰਟ ਹੋਣਾ ਸ਼ੁਰੂ ਹੋ ਔਰ ਜਾਂਦਾ। ਤੁਸੀਂ ਬੜੀ ਵੱਡੀ ਐਗਜ਼ਾਮਪਲ ਦਿੱਤੀ ਸੋਸਾਇਟੀ ਨੂੰ ਕਿ ਆਪਣੇ ਉੱਤੇ ਲੈ ਕੇ, ਜਿਵੇਂ ਕਿ ਪੇਨ ਕਿਲਰਸ ਤੁਸੀਂ ਖਾ ਰਹੇ ਸੀਗੇ, ਪੇਨ ਚਾਹੇ ਤੁਹਾਨੂੰ ਟੈਂਪਰੇਰੀ ਰਿਲੀਫ ਹੋ ਰਹੀ ਸੀ ਪਰ ਤੁਹਾਡੀ ਮਸਲ ਦੀ ਸਟਰੈਂਥ, ਮਸਲ ਤੇ ਜਿਹੜੇ ਅਰਾਊਂਡ ਮਸਲ ਦੀ ਮੂਵਮੈਂਟ ਹੋਣੀ ਹੈ, ਜਿਹੜੀ ਜੁਆਇੰਟ ਤੇ ਮੂਵਮੈਂਟ ਉਹ ਦਿਨ ਬ ਦਿਨ ਘਟਦੀ ਜਾ ਰਹੀ ਸੀ। ਘੱਟ ਹੀ ਗਈ ਸੀ, ਮਤਲਬ ਮੇਰੀ ਲੈਫਟ ਸਾਈਡ ਵਿੱਚ ਬਿਲਕੁਲ ਹੀ ਕਹਿੰਦੇ ਨਾ ਫੀਲਿੰਗ ਖਤਮ ਹੋ ਗਈ ਸੀਗੀ। ਸੋ ਕਿਆ ਉਸ ਆਪਾਂ ਸੋਸਾਇਟੀ ਨੂੰ ਆਪਣੇ ਵੀਅਰਸ ਨੂੰ ਕਹਿ ਸਕਦੇ ਹਾਂ ਕਿ ਪੇਨ ਕਿਲਰ ਨੇ ਇਹਨੂੰ ਇੰਪਰੂਵ ਕੀਤਾ ਕਿ ਨਹੀਂ ਕੀਤਾ? ਨਹੀਂ ਪੇਨ ਕਿਲਰ ਨੇ ਨਹੀਂ ਕੀਤਾ, ਨਹੀਂ ਤਾਂ ਫਿਰ ਮੈਂ ਹੋਰ ਡਾਕਟਰ ਬਹੁਤ ਨੇ ਪੇਨ ਕਿਲਰ ਦੇ ਮੈਡੀਸਨ ਵਾਲੇ, ਐਲੋਪੈਥਿਕ ਲੈ ਲਓ, ਹੋਰ ਲੈ ਲਓ, ਪਰ ਜੋ ਇਸ ਫਿਜ਼ੀਓਥੈਰੇਪੀ 'ਚ ਵਿਦਾਊਟ ਮੈਡੀਸਨ ਕੋਈ ਵੀ ਮੈਡੀਸਨ ਤੋਂ ਬਿਨਾ ਆਰਾਮ ਆਇਆ ਉਹ ਇਸੇ ਥੈਰੇਪੀ 'ਚ। ਬਿਲਕੁਲ ਜੀ, ਅਸੀਂ ਮੈਨੂਅਲ ਥੈਰੇਪੀ ਕਰਾਂਗੇ। ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਨਾ ਚਾਹਾਂਗੀ, ਕਿਉਂਕਿ ਮੈਂ ਬਾਰ-ਬਾਰ ਆਪਣੀ ਵੀਡੀਓਜ਼ 'ਚ ਕਿਉਂ ਕਹਿੰਦੀ ਹਾਂ, ਕਿਉਂਕਿ ਫਿਜ਼ੀਓਥੈਰੇਪੀ ਨੂੰ ਲੈ ਕੇ ਪਰਸੈਪਸ਼ਨ ਲੋਕਾਂ ਦੀ ਕੀ ਹੈ ਕਿ ਆਪਾਂ ਖਿੱਚ ਲਵਾ ਲਈ, ਆਪਾਂ ਸੇਕ ਲਵਾ ਲਿਆ, ਆਪਾਂ ਕੀੜੀਆਂ ਚੱਲਣ ਵਾਲੀ ਇੱਕ ਕਰੰਟ ਵਾਲੀ ਮਸ਼ੀਨ ਲਗਾ ਲਈ। ਕੁਝ ਪੇਸ਼ੈਂਟਸ ਇੰਨੇ ਕਾਮਨਲੀ ਇਹਨੂੰ ਸੁਣਦੇ ਨੇ ਤਾਂ ਉਹਨਾਂ ਨੂੰ ਪਤਾ ਹੈ ਵੀ ਮਸ਼ੀਨ ਦਾ ਨਾਮ IFT ਜਾਂ TENS ਹੈ, ਬਟ ਫਿਜ਼ੀਓਥੈਰੇਪੀ ਇਸ ਤੋਂ ਬਹੁਤ ਵੱਡਾ ਦਾਇਰਾ ਤੇ ਸਪੈਕਟਰਮ ਲੈ ਕੇ ਬੈਠੀ ਹੈ। ਦੇਖੋ, ਇੱਕ ਸਿਆਣਿਆਂ ਦੀ ਕਹਾਵਤ ਆ, ਨਿਯਮ ਹਕੀਮ ਖਤਰਾ ਜਾਣ। ਹਾਂਜੀ, ਠੀਕ ਹੈ ਜੀ। ਇੱਕ ਤਾਂ ਸਟੱਡੀ ਹੁੰਦੀ ਆ ਇਸ ਥੈਰੇਪੀ ਤੇ ਪੂਰੀ, ਜੋ ਸਟਾਰਟਿੰਗ ਤੋਂ ਕੀਤੀ ਹੁੰਦੀ ਆ, ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਹੁੰਦਾ। ਇੱਕ ਹੁੰਦਾ ਕਿ ਕੁਝ ਸ਼ਾਰਟ ਟਾਈਮ ਲਈ ਬੰਦਾ ਨੌਲੇਜ ਲੈ ਕੇ ਕੋਰਸ ਕਰਕੇ ਸ਼ਾਰਟ ਟਰਮ ਦੇ ਖੋਲ ਲੈਂਦੇ ਆ। ਠੀਕ ਹੈ, ਇਹ ਮੇਰੀ ਖੁਦ ਦਾ ਐਕਸਪੀਰੀਅੰਸ ਮੈਂ ਬੋਲ ਰਹੀ ਹਾਂ ਕਿਉਂਕਿ ਮੈਂ ਕਰ ਚੁੱਕੀ ਹਾਂ ਇਹ ਐਕਸਪੀਰੀਅੰਸ, ਕਿਉਂਕਿ ਮੈਂ ਅੱਜ ਦੀ ਨਹੀਂ ਕਿ ਮੈਨੂੰ ਬਹੁਤ ਸਾਲ ਹੋ ਗਏ ਸਰਵਾਈਕਲ ਨਾਲ ਵੀ ਹੁੰਦੇ। ਹਾਂਜੀ, ਤੇ ਉਸ ਲਈ ਮੈਂ ਕਹਿ ਰਹੀ ਹਾਂ ਕਿ ਮਤਲਬ ਕਿ ਅਨਐਜੂਕੇਟਡ ਡਾਕਟਰਸ ਕੋਲ ਜਾਣ ਨਾਲੋਂ ਤੁਸੀਂ ਵੈਲ ਐਜੂਕੇਟਡ ਡਾਕਟਰਸ ਕੋਲ ਜਾਣਾ ਪ੍ਰੈਫਰ ਕਰੋ, ਚਾਹੇ ਉਹ ਇਹ ਸਾਡਾ ਏਰੀਆ ਹੈ ਮਤਲਬ ਪੰਜਾਬ, ਚਾਹੇ ਕਿਤੇ ਵੀ ਆ। ਬਿਲਕੁਲ, ਮੈਂ ਇਹ ਕਹਾਂਗੀ ਕਿ ਤੁਸੀਂ ਜਦੋਂ ਵੀ ਆਪਣੀ ਟ੍ਰੀਟਮੈਂਟ ਕਰਵਾਓ, ਬਿਕਾਜ਼ ਇਹ ਤੁਹਾਡੀ ਬੋਡੀ ਨਾਲ ਰਿਲੇਟਡ ਹੈ ਔਰ ਇਸ ਤੋਂ ਤੁਹਾਨੂੰ ਮੈਂ ਕਹਾਂ ਵੈਲਿਊਏਬਲ ਚੀਜ਼ ਜਾਂ ਪ੍ਰਾਈਸਲੈਸ ਜਾਂ ਕਹਿ ਲਓ ਗੋਡ ਗਿਫਟ ਹੈ ਤੇ ਇਹਨੂੰ ਸੰਭਾਲ ਕੇ ਤੁਸੀਂ ਰੱਖਣਾ ਹੈ। ਸੋ ਉਹੀ ਹੁੰਦਾ, ਜਦ ਤੱਕ ਤੁਹਾਡੇ ਹੱਥ ਪੈਰ ਸਲਾਮਤ ਰਹਿਣ, ਚੱਲਦੇ ਰਹਿਣ ਤੇ ਤੁਹਾਨੂੰ ਲੋਕ ਪੁੱਛਦੇ ਨੇ, ਬਾਅਦ 'ਚ ਨਹੀਂ ਪੁੱਛਦੇ। ਸੋ ਉਹਨੂੰ ਆਪਣਾ ਧਿਆਨ ਰੱਖਣ ਲਈ ਤੁਹਾਡੀ ਟੌਪ ਮੋਸਟ ਪ੍ਰਾਇੋਰਟੀ ਇਹ ਹੋਣੀ ਚਾਹੀਦੀ ਹੈ ਕਿ ਤੁਹਾਡੀ ਹੈਲਥ, ਤੁਸੀਂ ਹੈਲਦੀ ਰਹਿਣੇ ਚਾਹੀਦੇ ਹੋ, ਤੁਸੀਂ ਫਿਜ਼ੀਕਲੀ ਫਿਟ ਹੋਣੇ ਚਾਹੀਦੇ ਹੋ, ਤੁਸੀਂ ਮੈਂਟਲੀ ਫਿਟ ਹੋਣੇ ਚਾਹੀਦੇ ਹੋ, ਤੁਹਾਨੂੰ ਇਮੋਸ਼ਨਲ ਕੋਈ ਲਾਸ ਨਹੀਂ ਹੋਣਾ ਚਾਹੀਦਾ, ਤੁਸੀਂ ਇਮੋਸ਼ਨਲੀ ਵੀ ਸਟੇਬਲ ਹੋਣਾ ਚਾਹੀਦੇ ਹੋ, ਤਾਂ ਤੁਸੀਂ ਓਵਰਆਲ ਹੈਲਦੀ ਕਾਊਂਟ ਹੁੰਦੇ ਹੋ।
ਜੇ ਤੁਸੀਂ ਓਵਰਆਲ ਹੈਲਦੀ ਕਾਊਂਟ ਹੋ ਤਾਂ ਤੁਹਾਨੂੰ 4 ਪੈਸੇ ਵੱਧ ਗਈ ਤੇ 4 ਪੈਸੇ ਘੱਟ ਗਏ। ਉਹੀ ਹੈ ਨਾ ਵੀ ਨੀਮ ਕੀਮ ਖਤਰ ਆ ਜਾਂਦਾ ਹਾਂ। ਬਸ ਤੁਸੀਂ ਥੋੜੇ ਘੱਟ ਪੈਸੇ ਆਪਣੀ ਬਾਡੀ ਤੇ ਪੈਸੇ ਮੈਂਸ਼ਨ ਨਹੀਂ ਕਰਦੇ। ਦੇਖੋ ਬਿਲਕੁਲ। ਕਈ ਵਾਰੀ ਜਦੋਂ ਐਂਡ ਸਟੇਜ ਹੋ ਜਾਂਦੀ ਹੈ ਉਦੋਂ ਪੈਸਾ ਵੀ ਫਿਰ ਕੰਮ ਨਹੀਂ ਆਉਂਦਾ, ਬਿਲਕੁਲ ਨਹੀਂ ਆਉਂਦਾ, ਬਿਲਕੁਲ ਨਹੀਂ ਆਉਂਦਾ। ਬਾਡੀ ਏਦਾਂ ਹੀ ਫਿਰ ਦੇਖੋ ਜਦੋਂ ਆਪਾਂ ਨੂੰ ਪੇਨ, ਹੁਣ ਮੈਂ ਇੰਨੀ ਜ਼ਿਆਦਾ ਲੈ ਕੇ ਆਈ ਸੀ ਤੇ ਮੈਨੂੰ 20-25 ਦਿਨ ਲੱਗ ਗਏ ਮੋਸਟਲੀ, ਔਰ ਇੱਕ ਮੈਂ ਸ਼ੂਗਰ ਵੀ ਹੈ ਮੈਨੂੰ, ਤੇ ਜੇ ਮੈਂ ਉਹੀ ਪਹਿਲੇ ਆਈ ਹੁੰਦੀ ਨਾ ਚੱਲਦੀ ਬਸ ਰੋਕਦੀ ਰਹੀ ਤੇ ਜਲਦੀ ਟ੍ਰੀਟਮੈਂਟ ਹੋਣਾ ਸੀ ਔਰ ਹੋਰ ਬੈਟਰ ਹੋ ਜਾਣਾ ਸੀਗਾ, ਹੋਰ ਜਲਦੀ ਟਾਈਮ 'ਚ ਹੋ ਜਾਣਾ ਜਲਦੀ time 'ਚ ਸੀਗਾ। ਹੋ ਜਾਣਾ ਪਰ ਮੈਂ ਸੀ। ਇੱਥੇ ਮੈਂਸ਼ਨ ਕਰਨਾ ਚਾਹਾਂਗੀ ਤੁਹਾਨੂੰ, ਜਿਵੇਂ ਤੁਹਾਨੂੰ ਕਹਾਂ 23 ਪ੍ਰੋਪਰ ਸੈਸ਼ਨਸ ਤੇ ਹਾਂਜੀ। 25 ਆਪਾਂ ਜੇ ਉਹਨੂੰ ਮੈਕਸਿਮਮ ਵੀ ਕਾਊਂਟ ਕਰੀ ਕਿ ਬਈ ਸਾਡੇ 25 ਸੈਸ਼ਨ ਵੀ ਲੱਗ ਗਏ ਨੇ, ਹਾਂਜੀ। ਬਿਕਾਜ਼ ਅਸੀਂ ਤੁਹਾਨੂੰ 2 ਵਾਰ ਹੋਰ ਇੱਕ ਫੋਲੋ ਅਪ ਲਈ ਬੁਲਾਣਾ ਹੈ, ਅਸੀਂ ਉਹਨੂੰ ਵੀ ਇੰਕਲੂਡ ਕਰ ਰਹੇ ਹਾਂ ਕਿ ਆਪਾਂ 25 ਵੀ ਸੈਸ਼ਨਸ ਕਾਊਂਟ ਕਰਕੇ ਚੱਲੀਏ। ਯੂਜੂਅਲੀ ਇਸ ਸਟੇਜ ਤੇ ਵੀ ਜਦੋਂ ਪੇਸ਼ੈਂਟ ਹੁੰਦਾ ਨਾ ਉਹਨੂੰ 3 ਮੰਥਸ ਮਿਨੀਮਮ ਲੱਗਦੇ ਨੇ ਠੀਕ ਹੋਣ ਨੂੰ, ਤੇ ਤੁਸੀਂ 25 ਸੈਸ਼ਨਸ 'ਚ ਹੋਏ ਹੋ। ਇੱਥੇ ਮੈਂ ਮੈਂਸ਼ਨ ਕਰਨਾ ਚਾਹਾਂਗੀ ਕਿ ਅਸੀਂ ਇੱਕ ਨਵਾਂ ਪ੍ਰੋਟੋਕੋਲ ਜਿਹੜਾ ਡਿਜ਼ਾਈਨ ਕੀਤਾ ਸੀਗਾ ਐਕਸਰਸਾਈਜ਼ਸ ਦਾ, ਉਹੀ ਸਪੈਸੀਫਿਕਲੀ ਥਰੂ ਆਊਟ ਡੇ 1 ਤੋਂ ਇਹਨਾਂ ਤੇ ਯੂਜ਼ ਕੀਤਾ ਹੈ, ਔਰ ਉਹੀ ਸਿੰਪਲ ਐਕਸਰਸਾਈਜ਼ਸ ਜੋ ਅਸੀਂ ਇੱਥੇ ਕਰਵਾ ਰਹੇ ਸੀਗੇ ਉਹਨਾਂ ਨੇ ਇੰਨਾ ਡਰਾਮੈਟਿਕ ਰਿਸਪੌਂਸ ਦਿੱਤਾ, ਇੰਨਾ ਜ਼ਿਆਦਾ ਵਧੀਆ ਰਿਸਪੌਂਸ ਦਿੱਤਾ ਕਿ ਅਸੀਂ ਖੁਦ ਹੈਰਾਨ ਸੀਗੇ ਕਿ 25 ਡੇਜ਼ ਦੇ ਵਿੱਚ ਫਰੋਜ਼ਨ ਸ਼ੋਲਡਰ ਦੀ 3rd ਸਟੇਜ ਦੀ ਇੰਪਰੂਵਮੈਂਟ ਇੰਨੀ ਜ਼ਿਆਦਾ ਡਰਾਮੈਟਿਕ ਹੋਏਗੀ। ਤੇ ਉਹਦੇ ਲਈ ਮੈਂ ਆਪਣੀ ਟੀਮ ਲਈ ਵੀ ਥੈਂਕ ਯੂ ਕਵਾਂਗੀ, ਬੋਥ ਡਾਕਟਰ ਚੇਤਨਾ ਐਂਡ ਡਾਕਟਰ ਮਨਵੀਨ, ਐਂਡ ਆਫ ਕੋਰਸ ਸਾਡੇ ਜਿਹੜੇ ਕਲੀਨਿਕ ਅਸਿਸਟੈਂਟ ਹੈ ਕਲੀਨਿਕ ਅਸਿਸਟੈਂਟ ਸ਼੍ਰੇਆ, ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ, ਬਿਕਾਜ਼ ਉਹਨਾਂ ਸਾਰਿਆਂ ਨੇ ਜ਼ਬਰਦਸਤ ਟੀਮ ਵਰਕ ਸ਼ੋ ਕੀਤਾ। ਥੈਂਕ ਯੂ ਜੀ, ਤੁਸੀਂ ਆਪਣਾ ਟਾਈਮ ਦਿੱਤਾ। ਤੇ ਇਹ ਵੀਡੀਓ ਸਾਡੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਤੇ ਅਵੇਲੇਬਲ ਹੋਏਗੀ, ਤੁਸੀਂ ਆਪਣੇ ਫਰੈਂਡਸ ਨਾਲ ਸ਼ੇਅਰ ਕਰ ਸਕਦੇ ਹੋ ਤੇ ਬਾਕੀ ਸੋਸਾਇਟੀ ਨੂੰ ਜਾਗਰੂਕ ਕਰ ਸਕਦੇ ਹੋ ਕਿ ਤੁਸੀਂ ਕਿੰਨਾ ਚੀਜ਼ਾਂ ਤੋਂ ਬਚੋ ਤੇ ਕਿੰਨਾ ਚੀਜ਼ਾਂ ਨੂੰ ਫੋਲੋ ਕਰੋ। ਵੈਸੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਕਿੰਨਾ ਚੀਜ਼ਾਂ ਤੋਂ ਬਚੋ। ਇੱਕ ਵਾਰੀ ਫਿਰ ਮੈਂ ਬ੍ਰੇਨ ਸਪਾਈਨ ਐਂਡ ਜੁਆਇੰਟ ਕਲੀਨਿਕ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। Thank you ਜੀ। ਕਿਉਂਕਿ ਮੈਂ ਸੋਚਿਆ ਨਹੀਂ ਸੀ ਮੇਰੇ ਇਮੇਜਿਨ ਤੋਂ ਪਹਿਲੇ ਮੇਰੀ ਬਾਂਹ ਠੀਕ ਹੋ ਗਈ, ਮੈਂ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੀ। ਥੈਂਕ ਯੂ ਜੀ, ਹਾਂ ਥੈਂਕ ਯੂ, ਧੰਨਵਾਦ। ਓਕੇ ਜੀ। ਇਹ ਮੇਰੇ ਅੰਦਰ ਦੀ ਫੀਲਿੰਗ ਹੈ ਜੋ ਤਾਂ ਹੀ ਨੈਚੁਰਲ ਆਈ ਹੈ ਨਾ, ਨੈਚੁਰਲ ਆਈ ਹੈ। ਹਾਂ ਵਧੀਆ ਔਰ ਮੈਂ ਇੰਨੇ